सत श्री अकाल जी, मैं साहिबा तुहाडा सारिਆਂ ਦਾ बहुत-बहुत स्वागत करदी हां इस प्रोग्राम ਦੇ ਵਿੱਚ ਜਿਸ ਦਾ ਨਾਮ ਹੈ ਹੈਲਥ ਸ਼ੋ। ਤੇ ਜੀ ਹਾਂ, ਅੱਜ ਅਸੀਂ ਇੱਕ ਖੁਸ਼ੀ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਰਮਨ ਕੈਂਸਰ ਸੁਸਾਇਟੀ ਨੇ ਆਪਣਾ ਆਫਿਸ ਨਿਊਜ਼ੀਲੈਂਡ ਤੇ ਕੈਨੇਡਾ ਵਿੱਚ ਵੀ ਖੋਲਿਆ ਤੇ ਉਹ ਇਸ ਵਕਤ ਆਪਣੀਆਂ ਸੇਵਾਵਾਂ ਹੁਣ ਕੈਨੇਡਾ ਵਿੱਚ ਵੀ ਦੇ ਸਕਦੇ ਨੇ ਤੇ ਨਿਊਜ਼ੀਲੈਂਡ ਦੇ ਵਿੱਚ ਵੀ ਦੇ ਸਕਦੇ ਨੇ। ਸੋ ਇਹ ਬਹੁਤ ਹੀ ਅੱਛੀ ਗੱਲ ਹੈ ਕਿਉਂਕਿ ਕਾਫੀ ਸਾਰੀਆਂ ਕੁਐਰੀਜ਼ ਜਿਹੜੀਆਂ ਸੀ ਫੋਰਨ ਤੋਂ ਆਉਂਦੀਆਂ ਸੀ ਇੰਡੀਆ 'ਚ ਇਲਾਜ ਦੇ ਲਈ, ਬਟ ਹੁਣ ਉਹਨਾਂ ਨੂੰ ਇਲਾਜ ਦੇ ਲਈ ਇੰਡੀਆ ਵਿੱਚ ਗੱਲ ਕਰਨ ਦੀ ਜ਼ਰੂਰਤ ਨਹੀਂ ਪੈਣੀ, ਉਹ ਉੱਥੇ ਕੈਨੇਡਾ ਜਾਂ ਫਿਰ ਨਿਊਜ਼ੀਲੈਂਡ ਵਿਖੇ ਆਪਣਾ ਇਲਾਜ ਵੀ ਕਰਵਾ ਸਕਦੇ ਨੇ। ਸੋ ਹਮੇਸ਼ਾ ਦੀ ਤਰ੍ਹਾਂ ਅਸੀਂ ਅੱਜ ਫਿਰ ਗੱਲਬਾਤ ਕਰਨ ਜਾ ਰਹੇ ਹਾਂ ਡਾਕਟਰ ਬਲਵਿੰਦਰ ਸਿੰਘ ਜੀ ਹੋਰਾਂ ਨਾਲ, ਜੋ ਕਿ ਤੁਹਾਨੂੰ ਕੈਂਸਰ ਦੇ ਬਾਰੇ ਹਮੇਸ਼ਾ ਜਾਣਕਾਰੀ ਦਿੰਦੇ ਨੇ, ਤੁਹਾਨੂੰ ਅੱਛੀ ਗੱਲਾਂ ਦੱਸਦੇ ਨੇ ਕਿ ਕਿਵੇਂ ਤੁਸੀਂ ਬਿਮਾਰੀਆਂ ਤੋਂ ਬਚ ਸਕਦੇ ਹੋ। ਹੋਰ ਵੀ ਕਾਫੀ ਚੀਜ਼ਾਂ ਜਿਹੜੀਆਂ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਨੇ। ਤੇ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸਰ ਜੀ। ਤੇ ਤੁਹਾਨੂੰ ਵੀ ਦੱਸ ਦਈਏ, ਜੇ ਤੁਹਾਡੇ ਮਨ ਦੇ ਵਿੱਚ ਵੀ ਕੋਈ ਸਵਾਲ ਹੈ ਜਾਂ ਤੁਸੀਂ ਵੀ ਕੋਈ ਬਿਮਾਰੀ ਦੇ ਬਾਰੇ ਕੋਈ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਨੰਬਰਾਂ ਤੇ ਕਾਲ ਕਰ ਸਕਦੇ ਹੋ ਜਾਂ ਫਿਰ ਰਮਨ ਕੈਂਸਰ ਸੁਸਾਇਟੀ ਕੋਹਾੜਾ ਲੁਧਿਆਣਾ ਵਿਖੇ ਆ ਕੇ ਤੁਸੀਂ ਆਪਣੀ ਬਿਮਾਰੀ ਦੱਸ ਕੇ ਆਪਣਾ ਇਲਾਜ ਕਰਵਾ ਸਕਦੇ ਹੋ। ਡਾਕਟਰ ਸਾਹਿਬ ਤੋਂ ਸਭ ਤੋਂ ਪਹਿਲਾਂ ਤਾਂ ਸਵਾਗਤ ਆਪਾਂ ਕਰ ਹੀ ਲਿਆ, ਪਰ ਪੁੱਛ ਲੈਂਦੇ ਹਾਂ ਉਹਨਾਂ ਨੂੰ। ਸਭ ਤੋਂ ਪਹਿਲਾਂ ਕੰਗ੍ਰੈਚੁਲੇਸ਼ਨਸ ਕਰਦੇ ਹਾਂ ਡਾਕਟਰ ਸਾਹਿਬ, ਬਹੁਤ ਬਹੁਤ ਕੰਗ੍ਰੈਚੁਲੇਸ਼ਨ। ਤਾਂ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ ਜੀ। ਸਰ, ਜਿਵੇਂ ਤੁਸੀਂ ਗੱਲ ਕੀਤੀ ਹੈ, ਸਾਡਾ ਆਫਿਸ ਜਿਹਨੇ ਸਾਡੇ ਜਿਹੜੇ ਬਾਹਰਲੇ ਪੇਸ਼ੈਂਟ ਕਾਫੀ ਸੀਗੇ ਔਰ ਉਹ ਸਾਨੂੰ ਹਮੇਸ਼ਾ ਕਹਿੰਦੇ ਨੇ ਵੀ ਸਾਨੂੰ ਕਈ ਵਾਰ ਮੈਡੀਸਨ ਵਾਸਤੇ ਬੜੀ ਪ੍ਰੋਬਲਮ ਆਉਂਦੀ ਆ ਤੇ ਤੁਸੀਂ ਆਪਣਾ ਆਫਿਸ ਸਾਡੇ ਕੰਟਰੀ 'ਚ ਖੋਲ੍ਹੋ ਤੇ ਮੁੱਢਲੀ ਤੇ ਪਰਮਿਸ਼ਨ ਲੈਣੀ ਪੈਂਦੀ ਆ, ਫਿਰ ਆਪਣੀ ਮੈਡੀਸਨ ਉਸ ਲੈਵਲ ਦੀ ਤਿਆਰ ਕਰਨਾ ਪੈਂਦਾ। ਔਰ ਸਾਨੂੰ ਖੁਸ਼ੀ ਦੀ ਗੱਲ ਇਹ ਆ ਵੀ ਆਪਾਂ ਨਿਊਜ਼ੀਲੈਂਡ ਵਿੱਚ ਔਰ ਕੈਨੇਡਾ ਵਿੱਚ ਆਪਾਂ ਆਫਿਸ ਖੋਲ੍ਹ ਦਿੱਤੇ ਨੇ, ਜਿੱਥੇ ਇੱਕ ਲੋੜਵੰਦ ਸੱਜਣ ਨੇ ਮੈਡੀਸਨ ਵਗੈਰਾ ਲੈ ਸਕਦੇ ਨੇ ਔਰ ਆਪਣੀ ਕੋਈ ਜੇ ਕੋਈ ਸਲਾਹਬਾਤ ਲੈਣੀ ਹੋਵੇ ਤਾਂ ਉਹ ਵੀ ਲੈ ਸਕਦੇ ਨੇ। ਤੇ ਇਹ ਸਾਨੂੰ ਚਲੋ ਖੁਸ਼ੀ ਦੀ ਗੱਲ ਆ, ਪੇਸ਼ੈਂਟ ਵਾਸਤੇ ਵੀ ਆ ਵੀ ਕੁਛ ਉਹਨਾਂ ਦਾ ਖਰਚਾ ਵੀ ਘੱਟ ਹੋਏਗਾ, ਇੱਥੇ ਆਉਣ ਦੀ ਲੋੜ ਨਹੀਂ ਪਏਗੀ ਤੇ ਉਹਨਾਂ ਨੂੰ ਉੱਥੇ ਹੀ ਬੈਨੀਫਿਟ ਹੋ ਸਕਦਾ। ਵਾਕਈ, ਕਿਉਂਕਿ ਜਿਹੜੇ ਕਾਫੀ ਸਾਰੇ ਇੰਡੀਅਨਸ ਨੇ ਜਿਹੜੇ ਬਾਹਰ ਜਾ ਕੇ ਸੈਟਲ ਹੋਏ ਨੇ ਔਰ ਡਾਕਟਰ ਸਾਹਿਬ ਇਹ ਗੱਲ ਨਹੀਂ ਹੁੰਦੀ, ਗੱਲ ਇਹ ਹੈ ਕਿ ਰਮਨ ਕੈਂਸਰ ਸੁਸਾਇਟੀ ਆਪਣੇ ਆਪ ਦੇ ਵਿੱਚ ਇੱਕ ਨਾਮ ਬਣ ਚੁੱਕਿਆ, ਹੁਣ ਕਾਫੀ ਸਾਰੇ ਲੋਕਾਂ ਦੀ ਸੇਵਾ ਵੀ ਕਰ ਰਿਹਾ, ਗਰੀਬ ਲੋਕ, ਮਤਲਬ ਅਸੀਂ ਵੀ ਦੇਖ ਚੁੱਕੇ ਕਿ ਕਾਫੀ ਜਿਹੜੇ ਪੇਸ਼ੈਂਟਸ ਨੇ ਉਹ ਇੱਥੋਂ ਸੈਟਿਸਫਾਈਡ ਹੋ ਕੇ ਗਏ ਨੇ ਔਰ ਤੁਹਾਡੀ ਗੱਲਬਾਤ ਵੀ ਅਸੀਂ ਉਹਨਾਂ ਨਾਲ ਕਰਵਾਉਂਦੇ ਰਹਿੰਦੇ ਹਾਂ। ਤੁਹਾਡੇ ਰੂਬਰੂ ਵੀ ਅਸੀਂ ਕਈ ਪੇਸ਼ੈਂਟਸ ਨੂੰ ਕਰਵਾਇਆ ਵੀ ਹੈ ਜਿਹੜੇ ਆਪਣਾ ਇਲਾਜ ਕਰਵਾ ਕੇ ਇੱਥੋਂ ਠੀਕ ਹੋ ਚੁੱਕੇ ਨੇ। ਸੋ ਇਹ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਬਾਹਰ ਦੇ ਲੋਕ ਕਈ ਵਾਰ ਇਸ ਚੀਜ਼ ਤੱਕ ਅਪਰੋਚ ਨਹੀਂ ਕਰ ਪਾਉਂਦੇ ਸੀ, ਹੁਣ ਉਹਨਾਂ ਨੂੰ ਬਹੁਤ ਆਸਾਨ ਹੋਏਗਾ ਉੱਥੇ ਰਹਿ ਕੇ ਇਹ ਸਭ ਕਰਨਾ। ਤੇ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਕਿਵੇਂ ਦਾ ਐਕਸਪੀਰੀਅੰਸ ਰਿਹਾ, ਕਿਉਂਕਿ ਜ਼ਿਆਦਾਤਰ ਇੰਡੀਆ ਦੇ ਵਿੱਚ ਤੁਸੀਂ ਪੇਸ਼ੈਂਟਸ ਦੇਖੇ, ਹੁਣ ਬਾਹਰ ਵੀ ਹੈ ਨਾ ਆਪਣਾ ਇੱਕ ਨਵਾਂ ਆਫਿਸ ਖੁੱਲ ਚੁੱਕਿਆ ਜਾਂ ਉੱਥੇ ਹਸਪੀਟਲ ਦੀ ਗੱਲ ਕਰੀਏ ਤਾਂ ਕੀ ਖਾਸ ਫਰਕ ਦੇਖਦੇ ਹੋ ਇੱਥੋਂ ਦੇ ਮੈਡੀਕਲ ਜਿਹੜਾ ਆਪਣਾ ਸਿਨੈਰੀਓ ਇੰਡੀਆ ਦਾ ਹੈ ਤੇ ਬਾਹਰ ਦੇ ਮੈਡੀਕਲ ਸਿਨੈਰੀਓ ਦੇ ਵਿੱਚ? ਬਹੁਤ ਵਧੀਆ ਸਵਾਲ ਆ ਜੀ। ਮੈਂ ਲਾਸਟ ਈਅਰ ਆਈ ਵਾਜ ਇਨ ਕੈਨੇਡਾ, ਮੈਂ ਕੈਨੇਡਾ ਗਿਆ ਸੀਗਾ ਅਤੇ ਉੱਥੇ ਸਾਡੇ ਕੋਲ ਪੇਸ਼ੈਂਟ ਸੀਗੇ, ਉਹਨਾਂ ਨੇ ਕਿਹਾ ਵੀ ਸਾਨੂੰ ਇੱਥੇ ਆਓ, ਸਾਨੂੰ ਚੈੱਕਅਪ ਕਰੋ, ਸਾਡਾ ਕੋਈ ਮਸਲਾ ਹੱਲ ਕਰੋ। ਅਤੇ ਚੰਗੀ ਗੱਲ ਵੀ ਲਾਸਟ ਈਅਰ ਮੈਂ ਉੱਥੇ ਗਿਆ ਸੀ ਔਰ ਮੈਂ ਕਾਫੀ ਪੇਸ਼ੈਂਟ ਵੀ ਉੱਥੇ ਦੇਖੇ। ਲੋਟ ਆਫ ਡਿਫਰੈਂਸ ਹੈਗਾ। ਵੇਖੋ ਉੱਥੇ ਜਿਹੜੀਆਂ ਵੀ ਮੈਡੀਕਲ ਫੈਸਿਲਿਟੀਆਂ ਨੇ ਉਹ ਇੰਸ਼ੋਰੈਂਸ 'ਤੇ ਚੱਲਦੀਆਂ ਨੇ, ਠੀਕ ਹੈ। ਕੈਂਸਰ ਹੋਵੇ, ਹਾਰਟ ਹੋਵੇ, ਬਲੋਕੇਜ ਹੋਣ, ਜੋ ਕੁਛ ਐਨੀ ਕਾਈਂਡ ਆਫ ਪ੍ਰੋਬਲਮ ਆਉਂਦੀ ਆ ਉਹਨਾਂ ਨੂੰ ਇੰਸ਼ੋਰੈਂਸ ਕਵਰ ਕਰਦੀ ਆ ਔਰ ਮੋਸਟਲੀ ਉਹ ਲੋਕ ਜਿਹੜੇ ਨੇ ਇੰਸ਼ੋਰੈਂਸ ਨਾਲ ਹੀ ਇਲਾਜ ਕਰਾਉਂਦੇ ਨੇ। ਬਟ ਉਹਨਾਂ ਦਾ ਆਪਣੇ ਆਪਣੇ ਪ੍ਰੋਟੋਕੋਲਸ ਬਣੇ ਹੁੰਦੇ ਨੇ। ਇੱਕ ਸਟੇਜ ਹੁੰਦੀ ਆ ਜਿਸ ਸਟੇਜ ਤੱਕ ਉਹ ਪੇਸ਼ੈਂਟ ਦੀ ਟਰੀਟਮੈਂਟ ਕਰਦੇ ਨੇ। ਈਵਨ ਕਿ ਜਿਵੇਂ ਇੱਥੇ ਅਸੀਂ ਰੋਗੀ ਨੂੰ ਰੋਗ ਬਾਰੇ ਦੱਸਣ ਦੇ ਵਿੱਚ ਗਰੇਜ ਕਰਦੇ, ਦੱਸਣਾ ਨਹੀਂਗਾ, ਕਿਉਂਕਿ ਸਮਟਾਈਮ ਸਾਈਕੋਲੋਜੀਕਲੀ ਫੈਮਿਲੀ ਉੱਤੇ, ਪੇਸ਼ੈਂਟ ਉੱਤੇ ਇਹਦਾ ਨੈਗੇਟਿਵ ਅਸਰ ਹੁੰਦਾ। ਬਟ ਉੱਥੇ ਜੋ ਉਹਨਾਂ ਦਾ ਪ੍ਰੋਟੋਕੋਲ ਬਣਿਆ ਹੋਇਆ ਉਹ ਪੇਸ਼ੈਂਟ ਨੂੰ ਦੱਸ ਦਿੰਦੇ ਨੇ ਵੀ ਕਿੰਨਾ ਚਿਰ ਇਹ ਪੇਸ਼ੈਂਟ ਜੀਏਗਾ, ਇਹਨੂੰ ਆਹ ਰੋਗ ਹੈਗਾ, ਇਹਨੂੰ ਇਸ ਤਰ੍ਹਾਂ ਕਰ ਲਓ, ਇਹਦੀ ਸੇਵਾ ਕਰ ਲਓ, ਇਹਨੂੰ ਜੋ ਤੁਹਾਡਾ ਸਿਸਟਮ ਹੈ ਤੁਸੀਂ ਕਰ ਸਕਦੇ ਹੋ, ਉਹ ਦੱਸ ਦਿੰਦੇ ਨੇ। ਸਾਡੇ ਕੰਟਰੀ ਵਿੱਚ ਆਪਾਂ ਨੂੰ ਇਹਦੇ ਬਾਰੇ ਸਾਨੂੰ ਇਹ ਹੁੰਦਾ ਵੀ ਆਪਾਂ ਪੇਸ਼ੈਂਟ ਨੂੰ ਨਾ ਦੱਸੀਏ ਤਾਂ ਕਿ ਅਨਨੈਸੈਸਰੀ ਪ੍ਰੋਬਲਮ ਕ੍ਰੀਏਟ ਉਹਨਾਂ 'ਤੇ ਨਾ ਹੋ ਜਾਣ। ਪਤਾ ਕਿ ਡਰ ਨਾਲ ਹੀ ਕਲੈਪਸ ਹੋ ਜਾਂਦਾ। ਸੋ ਉਹ ਚੀਜ਼ਾਂ ਕਰਕੇ ਉੱਥੋਂ ਦਾ ਪ੍ਰੋਟੋਕੋਲ ਔਰ ਇੱਥੋਂ ਦੇ ਪ੍ਰੋਟੋਕੋਲ 'ਚ ਬਹੁਤ ਡਿਫਰੈਂਸ ਹੈਗਾ। ਲੋਕ ਉੱਥੇ ਉਦੋਂ ਅਲਟਰਨੇਟਿਵ ਮੈਡੀਸਨ ਵੱਲ ਜਾਂਦੇ ਨੇ ਜਦੋਂ ਲੋਕਲ ਡਾਕਟਰਸ ਉੱਥੇ ਆਪਣੇ ਸਿਸਟਮ ਵੱਲੋਂ ਹੱਥ ਖੜੇ ਕਰ ਦਿੰਦੇ ਨੇ ਵੀ ਇਹਦਾ ਹੁਣ ਤਾਂ ਇਲਾਜ ਕੋਈ ਹੈ ਨਹੀਂ ਗਾ, ਤੁਸੀਂ ਘਰ ਜਾ ਕੇ ਸੇਵਾ ਕਰ ਸਕਦੇ ਹੋ, ਜਾਂ ਬੰਦਾ ਮਹੀਨਾ ਜੀਵੇਗਾ ਜਾਂ 6 ਮਹੀਨੇ ਜੀਵੇਗਾ। ਇੱਕ ਉਹਦਾ ਸੈੱਟ ਪੈਟਰਨ ਬਣਿਆ ਵੀ ਉਸ ਲੈਵਲ ਤੱਕ ਹੀ ਉਹਨਾਂ ਇਲਾਜ ਕਰਨਾ ਹੁੰਦਾ, ਉਸ ਤੋਂ ਬਾਅਦ ਉਹ ਜਵਾਬ ਦੇ ਦਿੰਦੇ ਨੇ। ਜਾਂ ਫਿਰ ਪੈਲੀਏਟਿਵ ਕੇਅਰ ਚੱਲਦੀ ਹੈ ਜੀ, ਉੱਥੇ ਇੱਕ ਵੱਖਰਾ ਹਸਪੀਟਲ ਬਣਿਆ ਹੁੰਦਾ ਜਿੱਥੇ ਉਹਨੂੰ ਐਂਡ ਸਟੇਜ ਕਹਿੰਦੇ ਆ। ਉਹ ਐਂਡ ਸਟੇਜ ਉੱਤੇ ਪੇਸ਼ੈਂਟ ਦੀ ਕਵਰ ਕਰਦੇ ਤਾਂ ਕਿ ਪੇਸ਼ੈਂਟ ਨੂੰ ਕੋਈ ਪੇਨ ਨਾ ਹੋਵੇ, ਕੋਈ ਫੀਵਰ ਨਾ ਹੋਵੇ, ਮਤਲਬ ਡੈਥ ਤੱਕ ਉਹਨੂੰ ਕੋਈ ਕੰਪਲੀਕੇਸ਼ਨ ਨਾ ਹੋਵੇ। ਉਹ ਇਸ ਟਾਈਪ ਦੇ ਉਹਨਾਂ ਨੇ ਪੈਲੀਏਟਿਵ ਕੇਅਰ ਸੈਂਟਰ ਬਾਹਰਲੇ ਕੰਟਰੀ ਵਿੱਚ ਬਣਾਏ ਹੋਏ ਨੇ ਤਾਂ ਕਿ ਮੌਤ ਤੱਕ ਕੋਈ ਪੇਸ਼ੈਂਟ ਜਿਹੜਾ ਉਹਨੂੰ ਕੋਈ ਇਹੋ ਜਿਹੀ ਕੋਈ ਪ੍ਰੋਬਲਮ ਨਾ ਹੋਵੇ। ਜੀ ਵਾਕਈ, ਜਿਸ ਤਰ੍ਹਾਂ ਦੱਸਿਆ ਕਿ ਤੁਸੀਂ ਕਾਫੀ ਡਿਫਰੈਂਸ ਹੈਗਾ ਆਪਣੇ ਇੱਥੇ ਔਰ ਫੋਰਨ ਦੇ ਵਿੱਚ ਇਲਾਜ ਕਰਨ ਦੇ ਵਿੱਚ, ਕਿਉਂਕਿ ਕਾਫੀ ਸਾਰੀ ਚੀਜ਼ਾਂ ਜਿਹੜੀਆਂ ਉਹ ਕਿਉਂਕਿ
ਕਹਿ ਸਕਦੇ ਹਾਂ, ਜਿਸ ਤਰ੍ਹਾਂ ਤੁਸੀਂ ਵੀ ਦੱਸਿਆ ਕਿ ਵਾਕਈ ਇੱਥੇ ਜਿਹੜੇ ਪੇਸ਼ੈਂਟਸ ਨੂੰ ਅਗਰ ਦੱਸਣਾ ਕਈ ਵਾਰ ਉਹਦੇ ਲਈ ਹਾਨੀਕਾਰਕ ਹੋ ਜਾਂਦਾ ਹੈ, ਕਿ ਉਹਦੇ ਲਈ ਇੱਕ ਪੈਨਿਕ ਕ੍ਰੀਏਟ ਹੋ ਜਾਂਦਾ ਹੈ, ਤੇ ਉੱਥੇ ਲੇਕਿਨ ਪੇਸ਼ੈਂਟਸ ਨਾਲ ਤੁਸੀਂ ਸਭ ਕੁਝ ਡਿਸਕਸ ਕਰਨਾ ਪੈਂਦਾ ਹੈ। ਆਈ ਥਿੰਕ ਸਾਰਾ ਕੁਝ ਟਰਾਂਸਪੇਰੈਂਟ ਹੀ ਰੱਖਣਾ ਪੈਂਦਾ ਹੈ ਕਿ ਕੀ ਬਿਮਾਰੀ ਤੁਹਾਨੂੰ ਹੋਈ ਹੈ, ਕਿੱਦਾਂ ਇਲਾਜ ਕੀਤਾ ਜਾਏਗਾ। ਸੋ ਡਾਕਟਰ ਸਾਹਿਬ, ਉੱਥੇ ਜਦੋਂ ਤੁਹਾਡੇ ਕੋਲ ਕੋਈ ਪੇਸ਼ੈਂਟ ਆਇਆ ਜਦੋਂ ਫੋਰਨ ਦੇ ਵਿੱਚ, ਤੇ ਸਭ ਤੋਂ ਪਹਿਲੇ ਕੀ ਕੈਂਸਰ ਦੇ ਪੇਸ਼ੈਂਟਸ ਆਏ ਸੀ? ਲੱਕਲੀ ਮੈਂ 2-3 ਪੇਸ਼ੈਂਟ ਦੇਖੇ ਸੀਗੇ, ਜਿਨ੍ਹਾਂ ਵਿੱਚ ਇੱਕ ਨੂੰ ਬਲੱਡ ਕੈਂਸਰ ਸੀਗਾ, ਇੱਕ ਨੂੰ ਬ੍ਰੇਨ ਦੇ ਵਿੱਚ ਟਿਊਮਰ ਸੀਗਾ, ਔਰ ਉਹ ਪੇਸ਼ੈਂਟ ਈਵਨ ਕਿ ਹਾਂਗਕਾਂਗ ਵਿੱਚੋਂ ਇਲਾਜ ਕਰਾ ਕੇ ਵੀ ਆਇਆ ਸੀ, ਤੇ ਉਹ ਵੀ ਚੈੱਕ ਕੀਤਾ। ਹੋਰ ਵੀ 3-4 ਬ੍ਰੈਸਟ ਕੈਂਸਰ ਦੇ ਪੇਸ਼ੈਂਟ ਵੀ ਚੈੱਕ ਕੀਤੇ ਸੀਗੇ। ਪਰ ਗੱਲ ਉਹ ਹੀ ਆ ਕਿ ਉਹ ਦੇ ਪ੍ਰੈਫਰ ਇੰਸ਼ੋਰੈਂਸ ਕਰਕੇ ਉਹ ਪ੍ਰੈਫਰ ਕਰਦੇ ਲੋਕਲ ਟ੍ਰੀਟਮੈਂਟ ਨੂੰ। ਜਦੋਂ ਐਂਡ ਸਟੇਜ ਚਲੀ ਜਾਂਦੀ ਆ, ਲੱਕਲੀ ਸਾਡੇ ਸਿਸਟਮ ਵਿੱਚ ਇਹ ਗੱਲ ਹੈ, ਜਿੱਥੇ ਉਹਨਾਂ ਦੀ ਸਟੇਜ ਖਤਮ ਹੁੰਦੀ ਆ, ਸਾਡੀ ਟ੍ਰੀਟਮੈਂਟ ਲੱਕਲੀ ਉੱਥੋਂ ਸਟਾਰਟ ਹੁੰਦੀ ਆ। ਇਸ ਵਾਸਤੇ ਸਾਨੂੰ ਕੌਨਫੀਡੈਂਸ ਹੁੰਦਾ ਵੀ ਆਪਾਂ ਉਸ ਸਟੇਜ ਨੂੰ ਵੀ ਰਿਕਵਰ ਕਰ ਲਾਂਗੇ, ਬਸ਼ਰਤੇ ਕਿ ਪੇਸ਼ੈਂਟ ਕੋਈ ਡਾਈਟ ਲੈ ਸਕਦਾ ਹੋਵੇ, ਥੋੜ੍ਹੀ ਬਹੁਤੀ ਮੈਡੀਸਿਨ ਤਾਂ ਲੈ ਸਕਦਾ, ਤੇ ਬਾਕੀ ਤੇ ਪ੍ਰਮਾਤਮਾ ਦੀ ਜੋ ਵੀ ਲਿਖਿਆ, ਜਿੰਨੀ ਕੁ ਲਾਈਫ ਲਿਖੀ ਆ ਉਹਨਾਂ ਭੁਗਤਣੀ ਹੁੰਦੀ ਆ। ਬਟ ਵੀ ਫਾਈਟ, ਆਪਾਂ ਪੇਸ਼ੈਂਟ ਆਪਣੇ ਰੋਗ ਨਾਲ ਫਾਈਟ ਕਰਦੇ ਹਾਂ, ਵੀ ਉਹਨੂੰ ਐਂਡ ਸਟੇਜ ਤੱਕ ਵੀ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਬਟ ਉੱਥੇ ਇਹ ਚੀਜ਼ ਨਾ, ਉੱਥੇ ਹੱਥ ਖੜੇ ਕਰ ਦਿੰਦੇ ਨੇ ਵੀ ਨਹੀਂ ਹੁਣ ਤੇ ਪੈਲੀਏਟਿਵ ਕੇਅਰ ਦਿਓ, ਜੋ ਹੋਣਾ ਪਰਮਾਤਮਾ ਦਾ ਭਾਣਾ ਮੰਨ ਕੇ ਚੱਲੋ। ਉਹਨਾਂ ਈਵਨ ਕਿ ਤੁਸੀਂ ਮੰਨ ਕੇ ਚੱਲੋ, ਨਰਸਿੰਗ ਜਿਹੜੀਆਂ ਨੇ ਉਹਨਾਂ ਨੂੰ ਇਹ ਟ੍ਰੇਨਿੰਗ ਦਿੱਤੀ ਹੁੰਦੀ ਆ ਤਾਂ ਕਿ ਲਾਸਟ ਸਟੇਜ ਤੇ ਜਿਹੜੀ ਆਤਮਾ ਹੈਗੀ ਆ ਉਹਨੂੰ ਵੀ ਕਿਵੇਂ ਕੰਟਰੋਲ ਕਰਨਾ, ਇੱਕ ਬਹੁਤ ਵੱਡੀ ਸਾਇੰਸ ਉਹਨਾਂ ਨੇ ਡਿਵੈਲਪ ਕੀਤੀ ਹੋਈ ਆ, ਤਾਂ ਕਿ ਕਿਸੇ ਟਾਈਪ ਦੀ ਪ੍ਰੋਬਲਮ ਨਾ ਉਹਨਾਂ ਨੂੰ ਆਵੇ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸਾਇੰਸ, ਔਰ ਅਗਰ ਬਾਹਰ ਦੀ ਜਾਂ ਫੋਰਨ ਕੰਟਰੀਜ਼ ਦੀ ਗੱਲ ਕੀਤੀ ਜਾਏ ਤਾਂ ਸਾਇੰਸ ਨੇ ਵਾਕਈ ਬਹੁਤ ਤਰੱਕੀ ਕੀਤੀ ਹੈ, ਟੈਕਨੋਲੋਜੀ ਵੀ ਬਹੁਤ ਅੱਗੇ ਜਾ ਚੁੱਕੀ ਹੈ। ਉੱਥੋਂ ਦੇ ਜ਼ਿਆਦਾਤਰ ਲੋਕ ਜਿਹੜੇ ਹੈ, ਅਗਰ ਮੈਡੀਕਲ ਸਾਇੰਸ ਦੀ ਗੱਲ ਕੀਤੀ ਜਾਏ ਤਾਂ ਮੈਡੀਕਲ ਸਾਇੰਸ ਦੇ ਵਿੱਚ ਉਹ ਜ਼ਿਆਦਾ ਬਿਲੀਵ ਕਰਦੇ ਨੇ। ਐਲੋਪੈਥੀ, ਉਹਨਾਂ ਦੀਆਂ ਦਵਾਈਆਂ ਵੀ ਕਾਫੀ ਐਡਵਾਂਸ ਹੋ ਚੁੱਕੀਆਂ ਨੇ, ਤੇ ਵਾਈ ਵੁੱਡ ਦੇ ਪ੍ਰੈਫਰ ਦਿਸ ਆਯੁਰਵੈਦਿਕ ਟ੍ਰੀਟਮੈਂਟ? ਕਿਉਂਕਿ ਤੁਸੀਂ ਦੇਖਦੇ ਹੋ ਕਿ ਸ਼ਾਇਦ ਲੋਕਾਂ ਦੇ ਮੁਸ਼ਕਿਲ ਆ ਰਹੀ ਹੈ ਉੱਥੇ। ਇਹ ਸਵਾਲ ਮੇਰਾ ਸੀਗਾ ਕਿ ਕਿਉਂ ਉਹ ਆਯੁਰਵੈਦਿਕ ਵੱਲ ਆਉਣ ਉਸ ਟਾਈਮ। ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਜਿਹੜੇ ਵੀ ਲੋਕ ਉੱਥੇ ਹੈਗੇ ਨੇ, ਜਿਹੜੇ ਪੇਸ਼ੈਂਟ ਹੈਗੇ ਨੇ, ਉਹ ਪ੍ਰੈਫਰ ਐਲੋਪੈਥਿਕ ਹੀ ਕਰਦੇ ਨੇ। ਇਸ ਦਾ ਰੀਜ਼ਨ ਇਹ ਆ, ਇੱਕ ਤੇ ਜਿਵੇਂ ਕਿ ਆਪਾਂ ਮੰਨ ਕੇ ਚੱਲੀਏ ਵੀ ਸਾਇੰਟੀਫਿਕਲੀ ਪ੍ਰੂਵਡ ਮੈਡੀਸਨ ਹੁੰਦੀਆਂ ਨੇ, ਇੱਕ ਸੈੱਟ ਪੈਟਰਨ ਬਣਿਆ ਹੁੰਦਾ, ਇੱਕ ਪੂਰਾ ਪੈਨਲ ਬਣਿਆ ਹੁੰਦਾ ਵੀ ਇਸ ਵਾਸਤੇ ਆਹ ਕੰਮ ਹੋਏਗਾ, ਇਸ ਵਾਸਤੇ ਆਹ ਕੰਮ ਹੋਏਗਾ। ਇਸ ਵਾਸਤੇ ਲੋਕੀ ਨੰਬਰ 2 ਤੇ ਇੰਸ਼ੋਰੈਂਸ ਜਿਹੜੀ ਉਹਨਾਂ ਨੂੰ ਪੈਸੇ, ਇੱਕ ਇੱਥੇ ਅਗਰ ਤੁਸੀਂ ਮੰਨ ਕੇ ਚੱਲੋ ਵੀ ਇੱਕ ਲੀਵਰ ਨੂੰ ਟ੍ਰਾਂਸਪਲਾਂਟ ਕਰਾਉਂਦੇ 25-30-50 ਲੱਖ ਦਾ ਖਰਚਾ ਹੋ ਜਾਂਦਾ, ਔਰ ਉੱਥੇ ਇੰਸ਼ੋਰੈਂਸ ਕਵਰ ਹੋ ਜਾਂਦਾ। ਇੱਕ ਗੱਲ ਤਾਂ ਇਹ ਆ ਜਾਂਦੀ ਹੈ ਵੀ ਉਹ ਪ੍ਰੈਫਰ ਤਾਂ ਕਰਦੇ ਆ ਤਾਂ ਕਿ ਉੱਥੇ ਇੰਸ਼ੋਰੈਂਸ ਦੇ ਪੈਸੇ ਮਿਲ ਜਾਂਦੇ ਨੇ। ਅਗਰ ਤੁਸੀਂ ਕਈ ਕੇਸ ਇਹੋ ਜਿਹੇ ਵੇਖੇ ਨੇ ਜਿਨ੍ਹਾਂ ਨੇ ਇੰਸ਼ੋਰੈਂਸ ਨਹੀਂ ਕਰਵਾਈ ਹੁੰਦੀ, ਔਰ ਇਹੋ ਜਿਹੀ ਬਿਮਾਰੀ ਫਸ ਜਾਂਦੇ ਨੇ, ਈਵਨ ਕਿ ਘਰ ਤੱਕ ਵਿਕ ਜਾਂਦੇ ਨੇ। ਸੋ ਇਹ ਕੰਪਲੀਕੇਸ਼ਨ ਇਸ ਕਰਕੇ ਜ਼ਿਆਦਾ ਵੱਧ ਜਾਂਦੀਆਂ ਨੇ। ਫਿਰ ਜਦੋਂ ਉਹ ਸਟੇਜ ਮੁੱਕ ਜਾਂਦੀ ਹੈ, ਜਿੱਥੋਂ ਉਹਨਾਂ ਦੇ ਹੱਥ ਖੜੇ ਹੋ ਜਾਂਦੇ ਨੇ, ਫਿਰ ਉਹ ਐਡਵਾਈਸ ਕਰਦੇ ਨੇ ਵੀ ਅਗਰ ਤੁਸੀਂ ਕੋਈ ਚਾਰਾ ਮਾਰਨਾ, ਅਲਟਰਨੇਟਿਵ ਸਿਸਟਮ ਆਫ ਮੈਡੀਸਨ ਜਿਹਦੇ ਵਿੱਚ ਹੋਮਿਓਪੈਥੀ ਵੀ ਆਵੇ ਜਾਂ ਆਯੁਰਵੇਦ ਵੀ ਆਵੇ, ਤੇ ਤੁਸੀਂ ਉਹਦੇ ਵੱਲ ਜਾ ਸਕਦੇ ਹੋ, ਕਿਉਂਕਿ ਉੱਥੋਂ ਤੱਕ ਉਹਨਾਂ ਸਿਸਟਮ ਸਾਰਾ ਮੁੱਕ ਜਾਂਦਾ। ਸੋ ਇਸ ਵਾਸਤੇ ਲੋਕੀ ਜਿਹੜੇ ਨੇ ਹੋਮਿਓਪੈਥੀ ਨੂੰ ਜਾਂ ਆਯੁਰਵੇਦ ਨੂੰ ਪ੍ਰੈਫਰ ਕਰਨਾ ਸ਼ੁਰੂ ਕਰ ਦਿੰਦੇ ਨੇ। ਹੁਣ ਜਿਵੇਂ ਕਿ ਪਿਛਲੀ ਲਾਸਟ ਈਅਰ ਕਿ ਇਸ ਸਾਲ ਵੀ ਡਿਫਰੈਂਟ ਬਿਮਾਰੀਆਂ ਚੱਲ ਰਹੀਆਂ ਨੇ, ਕੋਵਿਡ ਆ ਗਿਆ, ਸਾਰੇ ਲੋਕਾਂ ਨੇ ਹੱਥ ਖੜੇ ਕੀਤੇ ਹੋਏ ਨੇ ਵੀ ਇਹਦਾ ਕੋਈ ਇਲਾਜ ਨਹੀਂ। ਬਟ ਆਯੂਸ਼ ਨੇ ਜਾਂ ਆਯੁਰਵੇਦ ਨੇ ਜਾਂ ਇੰਡੀਅਨ ਗੌਰਮੈਂਟ ਨੇ ਆਯੁਰਵੇਦ ਦੇ ਵਿੱਚ ਇਹੋ ਜਿਹੇ ਫਾਰਮੂਲੇ ਤਿਆਰ ਕੀਤੇ ਹੋਏ ਨੇ ਜਿਹੜਾ ਕਿ ਘੱਟੋ ਘੱਟ ਪਹਿਲੀ ਦੂਜੀ ਸਟੇਜ ਵਿੱਚ ਤੇ ਪੇਸ਼ੈਂਟ ਨੂੰ ਫੁੱਲੀ ਰਿਕਵਰ ਕਰ ਦਿੰਦਾ। ਇਸ ਵਾਸਤੇ ਲੋਕਾਂ ਦੇ ਮਨ ਵਿੱਚ ਹੁਣ ਆਯੁਰਵੇਦ ਦੇ ਪ੍ਰਤੀ ਇੱਕ ਫੇਥ ਪੈਦਾ ਹੋ ਰਿਹਾ। ਇੱਕ ਦੂਜੇ ਸਾਈਡ ਇਫੈਕਟ ਇਹਦਾ ਕੋਈ ਨਹੀਂ ਹੈਗਾ। ਸਪੋਜ਼ ਆਪਾਂ ਜੇ ਮੈਡੀਸਨ ਲੈਂਦੇ ਆ, ਜੇ ਉਹਦਾ ਬਹੁਤਾ ਜ਼ਿਆਦਾ ਬੈਨੀਫਿਟ ਨਹੀਂ ਹੋਣਾ ਤਾਂ ਨੁਕਸਾਨ ਵੀ ਕੋਈ ਨਹੀਂ ਹੋਣਾ। ਇਸ ਵਾਸਤੇ ਲੋਕੀ ਹੁਣ ਪ੍ਰੈਫਰ ਕਰ ਰਹੇ ਨੇ ਵੀ ਨੇਚਰ ਦੇ ਨਾਲ ਰਲੀਏ, ਕਿਉਂਕਿ ਆਯੁਰਵੇਦ ਨੇਚਰ ਨਾਲ ਰਿਲੇਟਡ ਆ, ਹਰਬ ਜਿਹੜੇ ਨੇ ਨੇਚਰ ਨਾਲ ਰਿਲੇਟਡ ਨੇ, ਕਿਉਂਕਿ ਇਹਦੇ ਵਿੱਚ ਕੈਮੀਕਲਸ ਵਗੈਰਾ ਬਹੁਤ ਹੀ ਘੱਟ ਯੂਜ਼ ਕੀਤੇ ਜਾਂਦੇ ਨੇ। ਹਾਂ, ਕਿਤੇ ਭਸਮ ਬਣਾਉਣੀ ਪੈ ਜੇ ਜਾਂ ਇਸ ਟਾਈਪ ਦੀ ਕੋਈ ਚੀਜ਼ ਬਣਾਉਣੀ ਪਏ ਤੇ ਕਿਤੇ ਕੋਈ ਲੋੜ ਪਵੇ ਤਾਂ ਪਵੇ, ਨਹੀਂ ਤੇ ਹਰਬ ਦੇ ਉੱਤੋਂ ਸਾਡੀ ਮੈਡੀਸਨ ਜਿਹੜੀਆਂ ਬਣਦੀਆਂ ਨੇ ਨੈਚੁਰਲ ਹੁੰਦੀਆਂ ਨੇ। ਉਹ ਨੇਚਰ ਦੇ ਨਾਲ ਹੋਣ ਕਰਕੇ ਲੋਕ ਪ੍ਰੈਫਰ ਕਰਦੇ ਨੇ ਵੀ ਇਹਦੇ ਨਾਲ ਸਾਨੂੰ ਬੈਨੀਫਿਟ ਹੋ ਸਕਦਾ ਜੀ। ਯਾਨੀ ਕਿ ਉੱਥੋਂ ਦੇ ਲੋਕ ਵੀ ਹੁਣ ਜਿਹੜੇ ਹੈ ਆਯੁਰਵੈਦਿਕ ਪੱਧਤੀ ਨੂੰ ਜਿਹੜਾ ਹੈ ਮੰਨਣਾ ਸ਼ੁਰੂ ਕਰ ਗਏ ਨੇ, ਤੇ ਵਾਕਈ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਅਚੀਵਮੈਂਟ ਹੈ ਡਾਕਟਰ ਸਾਹਿਬ ਹੋਰਾਂ ਦੀ ਕਿ ਹੁਣ ਕੈਨੇਡਾ ਵਿੱਚ ਤੇ ਨਿਊਜ਼ੀਲੈਂਡ ਦੇ ਵਿੱਚ ਲੋਕਾਂ ਨੂੰ ਆਪਣੀਆਂ ਸੇਵਾਵਾਂ ਵੀ ਦੇ ਰਹੇ ਨੇ। ਔਰ ਜੇ ਸਾਡੇ ਜਿਹੜੇ ਵੀ ਭੈਣ ਭਰਾ ਜਿਹੜੇ ਕੈਨੇਡਾ 'ਚ ਰਹਿੰਦੇ ਨੇ, ਨਿਊਜ਼ੀਲੈਂਡ 'ਚ ਰਹਿੰਦੇ ਨੇ, ਉਹ ਆਪਣਾ ਇਲਾਜ ਕਰਵਾ ਸਕਦੇ ਨੇ। ਵੈਸੇ ਤਾਂ ਨੰਬਰ ਤੁਹਾਡੀ ਸਕਰੀਨ ਤੇ ਲਗਾਤਾਰ ਫਲੈਸ਼ ਕੀਤੇ ਜਾ ਰਹੇ ਨੇ, ਐਡਰੈਸ ਇੰਡੀਅਨ ਐਡਰੈਸ ਵੀ ਤੁਹਾਡੇ ਕੋਲ ਹੈ, ਤੇ ਨਿਊਜ਼ੀਲੈਂਡ ਔਰ ਕੈਨੇਡੀਅਨ ਐਡਰੈਸ ਵੀ ਜਿਹੜਾ ਹੈ ਤੁਹਾਡੀ ਸਕਰੀਨ ਤੇ ਲਗਾਤਾਰ ਫਲੈਸ਼ ਕੀਤਾ ਜਾ ਰਿਹਾ। ਤੁਸੀਂ ਉੱਥੇ ਜਾ ਕੇ ਆਪਣੀ ਸੇਵਾਵਾਂ ਲੈ ਸਕਦੇ ਹੋ, ਜਾਂ ਫਿਰ ਕੋਈ ਵੀ ਆਪਣੀ ਸਿਹਤ ਸੰਬੰਧੀ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਜਾ ਕੇ ਤੁਸੀਂ ਲੈ ਸਕਦੇ ਹੋ। ਤੇ ਡਾਕਟਰ ਸਾਹਿਬ, ਇਸ ਵਕਤ ਉੱਥੇ ਕਿਉਂਕਿ ਸਵਾਲ ਇਹ ਵੀ ਖੜਾ ਹੁੰਦਾ ਕਿ ਇਸ ਵਕਤ ਉੱਥੇ ਕੌਣ ਪੇਸ਼ੈਂਟਸ ਨੂੰ ਜਿਹੜਾ ਹੈ ਦੇਖਦਾ ਹੈ ਇਸ ਟਾਈਮ? ਜਿਵੇਂ ਕਿ ਤੁਸੀਂ ਦੱਸਿਆ, ਨਿਊਜ਼ੀਲੈਂਡ ਦੇ ਵਿੱਚ ਸਾਡਾ ਆਕਲੈਂਡ ਦੇ ਵਿੱਚ ਇੱਕ ਡਾਕਟਰ ਨੇ, ਉੱਥੇ ਸਾਡੇ BMS ਡਾਕਟਰ ਨੇ, ਤੇ ਉਹਨਾਂ ਦੇ ਨਾਲ ਇੱਕ BDS ਡਾਕਟਰ ਵੀ ਹੈਗੇ ਨੇ। ਉਹ ਅਨਫੋਰਚੂਨੇਟਲੀ ਕਹੀਏ ਵੀ ਉਹਨਾਂ ਫੈਮਿਲੀ 'ਚ ਕਿਸੇ ਨੂੰ ਇਹ ਪ੍ਰੋਬਲਮ ਆ ਗਈ ਸੀਗੀ ਬਲੱਡ ਕੈਂਸਰ ਦੀ,
ਤੇ ਉਹਨਾਂ ਨੇ ਸਾਡੇ ਕੋਲ ਮੈਡੀਸਨ ਲਈ ਤੇ ਈਵਨ ਕਿ ਉਹਨਾਂ ਬੋਨ ਮੈਰੋ ਵੀ ਟ੍ਰਾਂਸਪਲਾਂਟ ਕਰਾਇਆ ਉੱਥੇ, ਬਟ ਉਹ ਵਰਕ ਨਹੀਂ ਸੀ ਕਰ ਰਿਹਾ। ਪਰ ਫੋਰਚੂਨੇਟਲੀ ਸਾਡੀ ਖੁਸ਼ਕਿਸਮਤ ਕਹਿ ਲਈਏ, ਚਲੋ ਪ੍ਰਮਾਤਮਾ ਦੀ ਕਿਰਪਾ ਕਹਿ ਲਈਏ ਵੀ ਉਹ ਪੇਸ਼ੈਂਟ ਨੂੰ ਬਿਲਕੁਲ ਰਿਕਵਰ ਆ। ਤੋਂ ਸਾਡੇ ਨਾਲ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਨਾਲ ਰਲ ਕੇ ਕੰਮ ਕਰਦੇ ਹਾਂ ਤਾਂ ਕਿ ਹੋਰ ਲੋਕਾਂ ਦਾ ਭਲਾ ਹੋ ਸਕੇ। ਤੋਂ ਪੜ੍ਹੇ ਲਿਖੇ ਡਾਕਟਰ ਨੇ, ਡਾਕਟਰ BMS ਡਾਕਟਰ ਨੇ, ਉਹਨਾਂ ਐਡਰੈਸ ਤੁਹਾਨੂੰ ਦਿੱਤਾ ਹੋਇਆ, ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਉਹਨਾਂ ਕੋਲ ਸਲਾਹ ਵੀ ਲੈ ਸਕਦੇ ਹੋ। ਈਵਨ ਕਿ ਜੇ ਸਾਡੇ ਕੋਲ ਕੋਈ ਪੁੱਛਣਾ ਹੋਵੇ, ਕੋਈ ਸਾਡੇ ਕੋਲ ਇਨਕੁਆਇਰੀ ਕਰਨੀ, ਤੁਸੀਂ ਉਹ ਵੀ ਕਰ ਸਕਦੇ ਹੋ। ਪਰ ਜਿਹੜੇ ਨਿਊਜ਼ੀਲੈਂਡ ਆਸਟ੍ਰੇਲੀਆ ਰਹਿਣ ਵਾਲੇ ਪੇਸ਼ੈਂਟ ਨੇ, ਉਹਨਾਂ ਨਾਲ ਕੰਟੈਕਟ ਕਰਕੇ ਉੱਥੋਂ ਹੀ ਮੈਡੀਸਨ ਲੈ ਸਕਦੇ ਨੇ। ਤੇ ਡਾਕਟਰ ਸਾਹਿਬ ਜਿਹੜੀਆਂ ਦਵਾਈਆਂ ਤੁਸੀਂ ਬਣਾਓਗੇ, ਜਿਸ ਤਰ੍ਹਾਂ ਦਵਾਈਆਂ ਦਾ ਜਿਹੜਾ ਤੁਸੀਂ ਕਹਿੰਦੇ ਹੋ ਨਾ ਕਿ ਤੁਸੀਂ ਬਣਾਈਏ ਜਾਂਦੀਆਂ ਨੇ ਦਵਾਈਆਂ, ਤੇ ਇਹ ਦਵਾਈਆਂ ਤੁਸੀਂ ਇੱਥੋਂ ਹੀ ਭੇਜੋਗੇ ਉੱਥੇ, ਜਾਂ ਉੱਥੇ ਅਲੱਗ ਤੋਂ ਤੁਹਾਡੀ ਵਰਕਸ਼ਾਪ ਇੱਕ ਅਲੱਗ ਤੋਂ ਰਹੇਗੀ? ਨਹੀਂ, ਫॉर द ਟਾਈਮ ਬੀਇੰਗ ਸਾਡੀ ਫਾਰਮੇਸੀ ਜਿਹੜੀ ਰਜਿਸਟਰਡ ਹੈਗੀ ਆ, ਆਪਾਂ ਇੱਥੇ ਹੀ ਮੈਡੀਸਨ ਬਣਾਵਾਂਗੇ। ਈਵਨ ਸਾਡੇ ਕੋਲ GST ਨੰਬਰ ਹੈਗਾ, ਐਕਸਪੋਰਟ ਵਾਸਤੇ ਅਪਲਾਈ ਕੀਤਾ ਹੋਇਆ। ਸਾਰੀ ਮੈਡੀਸਨ ਆਪਾਂ ਇੱਥੋਂ ਲੀਗਲੀ ਤਰੀਕੇ ਨਾਲ ਭੇਜਾਂਗੇ ਤਾਂ ਕਿ ਉੱਥੇ ਅੱਗੇ ਕੋਈ ਪ੍ਰੋਬਲਮ ਨਾ ਆਵੇ। ਨਹੀਂ ਤੇ ਬਾਰਡਰ ਤੇ ਜਾ ਕੇ ਅਗਰ ਮੈਡੀਸਨ ਹੁੰਦੀਆਂ ਨੇ, ਉਹਨਾਂ ਨੂੰ ਚੈੱਕਅਪ ਹੁੰਦੀ ਆ, ਫਿਰ ਉਹ ਕਿਸੇ ਵੇਲੇ ਅਗਰ ਜਾਂਦੀ ਹੈ, ਕਿਸ ਵੇਲੇ ਨਹੀਂ ਜਾਂਦੀ, ਕਿਸੇ ਵੇਲੇ ਵਾਪਸ ਆ ਜਾਂਦੀ ਆ। ਸੋ ਵੱਖਰੇ ਵੱਖਰੇ ਮੁਲਕਾਂ ਦੀ ਵੱਖਰੀ ਵੱਖਰੀ ਪਾਲਿਸੀ ਹੈਗੀ ਆ। ਉਹ ਸਾਰੀ ਪਾਲਿਸੀ ਨੂੰ ਵੇਖ ਕੇ ਪਲਾਨ ਕਰਕੇ ਫਿਰ ਅਸੀਂ ਮੈਡੀਸਨ ਭੇਜਦੇ ਹਾਂ ਤਾਂ ਕਿ ਪੇਸ਼ੈਂਟ ਨੂੰ ਵੀ, ਔਰ ਸਾਡੇ ਜਿਹੜਾ ਉੱਥੇ ਦਫ਼ਤਰ ਹੈਗਾ ਜਾਂ ਸਟੋਰ ਹੈਗਾ ਜਾਂ ਉੱਥੇ ਡਾਕਟਰਸ ਹੈਗੇ, ਉਹਨਾਂ ਨੂੰ ਕੋਈ ਇੱਦਾਂ ਦੀ ਪ੍ਰੋਬਲਮ ਨਾ ਆਵੇ ਤਾਂ ਕਿ ਸਪਲਾਈ ਜਿਹੜੀ ਆ ਰੈਗੂਲਰ ਹੁੰਦੀ ਰਹੇ। ਸੋ ਡਾਕਟਰ ਸਾਹਿਬ, ਉਮੀਦ ਕਰਦੇ ਹਾਂ ਕਿ ਕੈਨੇਡਾ ਹੀ ਨਹੀਂ, ਨਿਊਜ਼ੀਲੈਂਡ ਹੀ ਨਹੀਂ, ਬਲਕਿ ਪੂਰੇ ਦੁਨੀਆ ਦੇ ਵਿੱਚ ਤੁਹਾਡਾ ਹਰ ਇੱਕ ਕੰਟਰੀ ਦੇ ਵਿੱਚ ਇੱਕ ਜ਼ਰੂਰ ਤੁਹਾਡਾ ਜਿਹੜਾ ਹਸਪੀਟਲ ਹੋਏ, ਕਿਉਂਕਿ ਜਿਹੜਾ ਇਹ ਕੰਮ ਕਰ ਰਿਹਾ ਹੈ ਰਮਨ ਕੈਂਸਰ ਸੁਸਾਇਟੀ, ਉਹ ਵਾਕਈ ਇੱਕ ਭਲਾਈ ਦਾ ਕੰਮ ਹੈ। ਔਰ ਚਾਹੁੰਦੇ ਹਾਂ ਕਿ ਸਿਰਫ ਇੰਡੀਆ ਦੇ ਲੋਕ ਹੀ ਨਹੀਂ ਇਸ ਦਾ ਫਾਇਦਾ ਚੱਕ ਸਕਣ, ਬਾਕੀ ਪੂਰੀ ਦੁਨੀਆ ਦੇ ਲੋਕ ਵੀ ਇਸ ਦਾ ਫਾਇਦਾ ਉਠਾ ਸਕਣ। ਸੋ ਡਾਕਟਰ ਸਾਹਿਬ, ਕੁਝ ਇੱਦਾਂ ਦੀ ਗੱਲ ਜਿਹੜੀ ਤੁਸੀਂ ਆਪਣੇ ਨਵੇਂ ਆਫਿਸਿਸ ਦੇ ਬਾਰੇ ਸ਼ੇਅਰ ਕਰਨਾ ਚਾਹੁੰਦੇ ਹੋ ਤੇ ਉਹ ਜ਼ਰੂਰ ਕਰਿਓ, ਪਰ ਸਾਡੀ ਪਾਰਟੀ ਨਾ ਭੁੱਲਿਓ। ਵੈਲਕਮ ਜੀ, ਵੈਲਕਮ। ਵੇਖੋ ਜੀ, ਜੇ ਪੇਸ਼ੈਂਟ ਠੀਕ ਹੋਣਗੇ, ਸਾਨੂੰ ਸਭ ਤੋਂ ਜ਼ਿਆਦਾ ਖੁਸ਼ੀ ਔਰ ਪਾਰਟੀ ਸਾਡੀ ਇਹ ਹੁੰਦੀ, ਸਾਡਾ ਪੇਸ਼ੈਂਟ ਠੀਕ ਹੋਵੇ। ਪੇਸ਼ੈਂਟ ਠੀਕ ਹੋ ਗਿਆ ਤਾਂ ਵਿੱਚੇ ਪਾਰਟੀ ਆ ਜਾਂਦੀ ਹੈ। ਵੈਸੇ ਤੁਹਾਡੀ ਵੈਲੀਫਿਸ਼ੀ ਸਾਡੇ ਨਾਲ ਨੇ, ਅੱਗੇ ਵੀ ਤੁਹਾਡਾ ਹੀ ਸਾਥ ਲੈਂਦੇ ਰਹੇ ਤੇ ਗਾਹ ਵੀ ਸਾਥ ਲੈਂਦੇ ਰਹਿਣਾ। ਇੱਕ ਗੱਲ ਮੈਂ ਤੁਹਾਡੇ ਮਾਧਿਅਮ ਦੇ ਥਰੂ ਜ਼ਰੂਰ ਕਹਿਣਾ ਚਾਹਾਂਗਾ, ਵਰਲਡ ਹੈਲਥ ਆਰਗੇਨਾਈਜੇਸ਼ਨ ਵੀ ਜੇ ਸੁਣਦੀ ਹੋਵੇ ਜਾਂ ਗੌਰਮੈਂਟ ਆਫ ਇੰਡੀਆ ਸੁਣਦੀ ਹੋਵੇ, ਮੈਂ ਉਹਨਾਂ ਨੂੰ ਇਹ ਜ਼ਰੂਰ ਸੰਦੇਸ਼ ਦੇਣਾ ਚਾਹਾਂਗਾ ਵੀ ਤੁਸੀਂ ਇਨਕੁਆਇਰੀ ਕਰਕੇ ਜਿਹੜੀ ਆਯੁਰਵੈਦਿਕ ਮੈਡੀਸਨਸ ਹੈਗੀਆਂ ਨੇ, ਉਹਨਾਂ 'ਤੇ ਰਿਸਰਚ ਵਰਕ ਕਰਕੇ ਉਹਨਾਂ ਨੂੰ ਇੰਸ਼ੋਰੈਂਸ ਵਿੱਚ ਲਿਆਓ ਤਾਂ ਕਿ ਕੋਈ ਗਰੀਬ ਪੇਸ਼ੈਂਟ ਜਿਹੜਾ ਜੇ ਆਪਾਂ ਐਲੋਪੈਥੀ ਵਿੱਚ ਲੱਖਾਂ ਰੁਪਏ ਦਾ ਪੈਸੇ, 1.5 ਲੱਖ ਮੰਨ ਕੇ ਚੱਲੀਏ, ਇੱਕ ਗੌਰਮੈਂਟ ਦਿੰਦੀ ਆ, 3 ਲੱਖ ਆਯੁਸ਼ਮਾਨ ਵੱਲੋਂ ਆਉਂਦੇ ਨੇ ਕੈਂਸਰ ਪੇਸ਼ੈਂਟ ਨੂੰ। ਤੇ ਸਾਨੂੰ ਇਹਦੇ ਨਾਲ ਕੋਈ ਇਸ ਤਰੀਕੇ ਦਾ ਕੋਈ ਸੈਟਅਪ ਕੀਤਾ ਜਾਵੇ, ਜੇ ਲੋਕਾਂ ਨੂੰ ਫਾਇਦਾ ਹੁੰਦਾ ਤਾਂ ਆਪਾਂ ਉਹਨੂੰ ਇੰਸ਼ੋਰੈਂਸ ਦੇ ਥਰੂ ਉਹਨਾਂ ਲੋਕਾਂ ਦਾ ਫਾਇਦਾ ਕਰ ਸਕੀਏ ਤੇ ਹੋਰ ਵੀ ਲੋਕਾਂ ਦਾ ਬਹੁਤ ਵੱਡਾ ਭਲਾ ਹੋ ਜਾਏਗਾ। ਸੋ ਡਾਕਟਰ ਸਾਹਿਬ, ਸਾਡੀ ਵੀ ਇਹ ਉਮੀਦ ਹੈ ਔਰ ਸਾਡੀ ਦੁਆਵਾਂ ਤੁਹਾਡੇ ਨਾਲ ਹਮੇਸ਼ਾ ਨੇ ਕਿ ਵਾਕਈ ਤੁਸੀਂ ਜੋ ਕੰਮ ਕਰ ਰਹੇ ਹੋ ਬਹੁਤ ਹੀ ਇੱਕ ਕਹਿੰਦੇ ਨਾ, ਇੱਕ ਸਮਾਜ ਭਲਾਈ ਲਈ ਵੀ ਇੱਕ ਹਿੰਮਤ ਹੋਣੀ ਚਾਹੀਦੀ ਹੈ। ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਣਾ ਹਸਪੀਟਲ ਜਿਹੜਾ ਤੁਸੀਂ ਬਣਾ ਰਹੇ ਹੋ, ਔਰ ਵਾਕਈ ਇੱਕ ਬਹੁਤ ਵੱਡਾ ਉਪਰਾਲਾ ਹੈ ਡਾਕਟਰ ਸਾਹਿਬ ਦੀ ਤਰਫ ਤੋਂ। ਸ਼ੁਕਰੀਆ ਬਹੁਤ ਬਹੁਤ ਅੱਜ ਦੀ ਜਾਣਕਾਰੀ ਸਾਂਝੀ ਕਰਨ ਲਈ। ਸਾਡੇ ਦਰਸ਼ਕ ਬਹੁਤ ਖੁਸ਼ ਹੋ ਗਏ ਹੋਣਗੇ ਕਿਉਂਕਿ ਕਾਫੀ ਜਿਹੜੇ ਵਿਦੇਸ਼ੀ ਸਾਡੇ ਦਰਸ਼ਕ ਸੀਗੇ, ਉਹਨਾਂ ਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਤਾਂ ਕਿ ਉਹ ਆਪਣਾ ਇਲਾਜ ਉੱਥੇ ਹੀ ਬੈਠ ਕੇ ਕਰਾ ਸਕਣ। ਸੋ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ, ਥੈਂਕ ਯੂ ਜੀ। ਸੋ ਦਰਸ਼ਕੋ, ਉਮੀਦ ਕਰਦੇ ਹਾਂ ਕਿ ਅੱਜ ਦੇ ਐਪੀਸੋਡ ਦਾ ਮਕਸਦ ਸਾਡਾ ਇਹੀ ਸੀਗਾ, ਦੱਸਣਾ ਕਿ ਜਿਹੜਾ ਰਮਨ ਕੈਂਸਰ ਸੁਸਾਇਟੀ ਹੈ ਸਿਰਫ ਇੰਡੀਆ ਦੇ ਵਿੱਚ ਹੀ ਨਹੀਂ, ਹੁਣ ਬਲਕਿ ਕੈਨੇਡਾ ਔਰ ਨਿਊਜ਼ੀਲੈਂਡ ਦੇ ਵਿੱਚ ਵੀ ਆਪਣਾ ਜਿਹੜਾ ਇੱਕ ਕਲੀਨਿਕ ਹੈ ਉਹ ਖੋਲ ਚੁੱਕੀ ਹੈ ਤੇ ਤੁਸੀਂ ਉੱਥੇ ਵੀ ਜਾ ਕੇ ਆਪਣੀ ਸੇਵਾਵਾਂ ਜਿਹੜੀਆਂ ਲੈ ਸਕਦੇ ਹੋ। ਸੋ ਜੇ ਤੁਹਾਡੇ ਮਨ ਦੇ ਵਿੱਚ ਵੀ ਕੋਈ ਸਵਾਲ ਹੈ ਜਾਂ ਤੁਸੀਂ ਵੀ ਕੋਈ ਆਪਣੀ ਬਿਮਾਰੀ ਸੰਬੰਧੀ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਨੀਚੇ ਦਿੱਤੇ ਗਏ ਨੰਬਰਾਂ ਤੇ ਕਾਲ ਕਰ ਸਕਦੇ ਹੋ, ਜਾਂ ਫਿਰ ਰਮਨ ਕੈਂਸਰ ਸੁਸਾਇਟੀ ਕੋਹਾੜਾ ਲੁਧਿਆਣਾ ਵਿਖੇ ਆ ਕੇ ਆਪਣੀ ਜਿਹੜਾ ਇਲਾਜ ਹੈ ਉਹ ਕਰਵਾ ਸਕਦੇ ਹੋ। ਸੋ ਅੱਜ ਦੇ ਐਪੀਸੋਡ ਦੇ ਵਿੱਚ ਇੰਨਾ ਹੀ। ਅਗਲੇ ਵਾਰ ਕੁਝ ਹੋਰ ਜਾਣਕਾਰੀ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।